ਇਨਕੁਆਇਰੀ ਕਰਪਸ਼ਨ ਐਕਟ ਦੇ ਤਹਿਤ ਪਰਚਾ ਦਰਜ ਹੋ ਸਕਦਾ ਮੰਨੇ ਹੋਣ, ਮਤਲਬ देयर मस्ट बी समथिंग रॉन्ग। ਜਿਹੜੀ FIR ਦਰਜ ਹੋਈ ਹੈ ਸੋ ਉਹਨਾਂ ਨੇ ਕਿਸੇ ਬੇਇੱਜ਼ਤੀ ਕੀਤੀ ਹੋਣੀ ਹੈ ਦਰਜ। ਉਹ ਇੰਡੀਪੈਂਡੈਂਟ ਸਟੇਟਮੈਂਟ ਹੋਈ ਹੈ। ਸਾਡੇ ਕੋਲ ਜਿਹੜੀ ਸਟੇਟਮੈਂਟ ਹੈ ਸਾਡੇ ਵਾਲੀ ਇਨਕੁਆਇਰੀ ਕੰਪਲੀਟ ਨਹੀਂ ਹੋਈ। ਕਹਿੰਦੇ ਪਰਚੀ ਹੋਣੀ ਚਾਹੀਦੀ ਹੈ ਨਾ, ਤਾਂ ਉਹਨਾਂ ਨੇ ਕੋਈ ਪਰਚੀ ਕੀ ਕਹਿੰਦੇ ਲੋਕੇਸ਼ ਕੁਮਾਰ ਨੇ ਸਾਡੇ ਕੋਲ ਪੇਸ਼ ਕੀਤੀ ਕਿ ਵੀ ਮੈਂ 10,000 ਦੀ ਕੀ ਕਹਿੰਦੇ ਰਸੀਦ ਦੇ ਰਿਹਾ ਜੀ, ਮੇਰੇ ਤੋਂ ਲਿੱਤੇ ਗਏ ਆ, ਸਰਕਾਰ ਦੀ ਪਰਚੀ ਹੈ। ਉਹਨਾਂ ਨੇ ਇੱਕ ਵੀਡੀਓ ਜ਼ਰੂਰ ਦਿੱਤਾ, ਉਹ ਵੀ CD ਫਾਰਮ ਦੇ ਵਿੱਚ, ਜਿਹੜਾ ਕਿ ਭੇਜਿਆ ਸੀ ਕੀ ਕਹਿੰਦੇ, ਕਿਉਂਕਿ ਜਿਹੜਾ ਮਨਜੀਤ ਸਿੰਘ ਬਾਜਵਾ ਉਹ ਕਹਿੰਦਾ ਇਹ ਮੇਰੀ CD ਨਹੀਂ ਹੈ ਤਾਂ ਫੇਕ CD ਹੈ। ਉਹਦੀ ਡਿਗਰੀ ਤੁਰੰਤ ਉਸੇ ਵਕਤ ਰੱਦ ਹੋਣੀ ਚਾਹੀਦੀ ਹੈ। ਉਹਦੇ ਪ੍ਰਾਈਵੇਟ ਹਸਪਤਾਲ ਨੂੰ ਜਿੰਦਾ ਵੱਜਣਾ ਚਾਹੀਦਾ ਤੇ ਅਗਰ ਉਹ ਕਿਸੇ ਵੀ ਢੰਗ ਨਾਲ ਪ੍ਰੈਕਟਿਸ ਕਰਦਾ ਉਹਨੂੰ ਪ੍ਰੈਕਟਿਸ ਤੋਂ ਰੋਕ ਦੇਣਾ ਚਾਹੀਦਾ। ਨਮਸਕਾਰ, ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਪੰਜਾਬ ਲਾਈਵ 18 ਨਿਊਜ਼। ਹੌਸਲਾ ਸੱਚ ਕਹਿਣ ਦਾ, ਸੱਚ ਦਿਖਾਉਣ ਦਾ। ਖੰਨਾ ਤੋਂ ਤੇਜਿੰਦਰ ਸਿੰਘ ਆਰਟਿਸਟ ਅਤੇ ਓਮਕਾਰ ਸਿੰਘ ਸੱਤੂ ਦੀ ਵਿਸ਼ੇਸ਼ ਰਿਪੋਰਟ। ਸਭ ਤੋਂ ਪਹਿਲਾਂ ਤਾਂ ਮੈਂ ਖੰਨੇ ਦੀ ਪ੍ਰੈਸ ਤੇਜਿੰਦਰ ਜੀ ਤੁਹਾਡਾ ਸਾਰਿਆਂ ਦਾ ਬਹੁਤ ਵੱਡੇ ਪੱਧਰ ਤੇ ਆਭਾਰੀ ਹਾਂ ਕਿ ਤੁਸੀਂ ਹਮੇਸ਼ਾ ਸਾਡੇ ਹਰ ਕੰਮ ਨੂੰ ਸਪੋਰਟ ਕਰੀ ਆ। ਸ਼ਹਿਰ ਦੇ ਵਿੱਚ ਜੋ ਵੀ ਕਿਸੇ ਨੇ ਗਲਤ ਕਰਿਆ ਉਹਦੇ ਖਿਲਾਫ ਅਸੀਂ ਆਵਾਜ਼ ਚੱਕੀ ਤੇ ਤੁਸੀਂ ਸਾਡਾ ਸਾਥ ਦਿੱਤਾ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਕਿਉਂਕਿ ਜਿਹੜਾ ਇਹ ਮਾਮਲਾ ਤਕਰੀਬਨ 7-8 ਮਹੀਨੇ ਪਹਿਲਾਂ ਸਰਕਾਰੀ ਹਸਪਤਾਲ ਖੰਨਾ ਦੇ ਡਾਕਟਰ ਮਨਜੀਤ ਸਿੰਘ ਬਾਜਵਾ ਤੇ ਡਾਕਟਰ ਨੀਰੂ ਅਗਰਵਾਲ ਵੱਲੋਂ ਆਪਸੀ ਮਿਲੀ ਭੁਗਤਣਾ ਸਾਡੇ ਬਹੁਤ ਹੀ ਪਿਆਰੇ ਸੱਜਣ ਲੋਕੇਸ਼ ਕੁਮਾਰ, ਇਹਨਾਂ ਦੀ ਭਰਜਾਈ ਦੇ ਬੱਚੇ ਦੇ ਆਪਰੇਸ਼ਨ, ਉਹਨਾਂ ਦੇ ਬੱਚਾ ਹੋਣਾ ਸੀ, ਉਸ ਆਪਰੇਸ਼ਨ ਨੂੰ ਲੈ ਕੇ 10,000 ਰੁਪਏ ਦੀ ਰਿਸ਼ਵਤ ਲਈ ਸੀ। ਇਹ ਉਸ ਮਾਮਲੇ ਨੂੰ ਅਸੀਂ ਬੜੇ ਪੱਧਰ ਤੇ ਚੱਕਿਆ ਸੀ ਤੇ ਅੱਜ ਬਹੁਤ ਲੰਬੇ ਦੇਰ ਤੋਂ ਬਾਅਦ ਇਨਸਾਫ ਦੀ ਆਸ ਵੱਝੀ ਆ। ਲੋਕਾਂ ਦਾ ਏਕਾ ਰੰਗ ਲਿਆਇਆ ਤੇ ਉਸ ਡਾਕਟਰ ਦੇ ਖਿਲਾਫ, ਮਨਜੀਤ ਸਿੰਘ ਬਾਜਵੇ ਦੇ ਖਿਲਾਫ 63 ਨੰਬਰ FIR ਜਿਹੜੀ ਕਰਪਸ਼ਨ ਐਕਟ ਦੇ ਅਧੀਨ City 2 ਥਾਣਾ ਖੰਨਾ ਦੇ ਵਿੱਚ ਦਰਜ ਹੋਈ ਆ ਤੇ ਉਹਦੇ ਸਬੰਧ ਦੇ ਵਿੱਚ ਅਸੀਂ ਅੱਜ ਪ੍ਰੈਸ ਨਾਲ ਗੱਲਬਾਤ ਕਰ ਰਹੇ ਹਾਂ। ਅਸੀਂ ਇਹ ਜ਼ੋਰ ਸ਼ੋਰ ਨਾਲ ਮੁੱਦਾ, ਅਸੀਂ ਤੁਹਾਨੂੰ ਯਾਦ ਹੋਊਗਾ ਅਸੀਂ ਚੱਕਿਆ ਸੀ ਸਾਰਾ। ਬਿਲਕੁਲ ਜੀ ਬਿਲਕੁਲ, ਤੁਸੀਂ ਸਾਰੀ ਪ੍ਰੈਸ ਨੇ, ਤੁਸੀਂ ਸਾਰਿਆਂ ਨੇ ਬੜੇ ਜ਼ੋਰ ਨਾਲ ਚੱਕਿਆ ਸੀ। ਇਹ ਤੁਹਾਡੀ ਬਦੌਲਤ ਹੀ ਹੋਇਆ, ਨਹੀਂ ਤਾਂ ਨਹੀਂ ਪੀਂਦੀਆਂ ਕੁੱਤੇ ਚੜਦੇ ਨੇ। ਕੋਈ ਇੱਥੇ ਕੋਈ ਕਿਸੇ ਦੀ ਆਵਾਜ਼ ਸੁਣਨੇ ਵਾਲਾ, ਜੇ ਪ੍ਰੈਸ ਨਾ ਹੋਵੇ ਤਾਂ ਇੰਨੀ ਆਵਾਜ਼ ਵੀ ਨਾ ਸੁਣੇ। ਇਹ ਮਾਮਲਾ ਪ੍ਰੈਸ ਦੀ ਬਦੌਲਤ ਹੀ ਲੋਕਾਂ ਦੇ ਸਾਹਮਣੇ ਆਇਆ ਤੇ ਮੈਂ ਸੰਦੀਪ ਸਿੰਘ ਰਪਾਲੋ, ਲੋਕੇਸ਼ ਕੁਮਾਰ, ਅਸੀਂ ਸਾਰਿਆਂ ਨੇ ਰਲ ਕੇ ਇਹ ਮਾਮਲਾ ਸ਼ਹਿਰ ਦੇ ਵਿੱਚ ਲੰਬੀ ਪਦ ਯਾਤਰਾ ਕਰੀ ਸੀ। ਪਰ ਜਿਹੜੀ ਮੈਂ ਅਸਲ ਗੱਲ ਕਹਿਣੀ ਚਾਹੁੰਦਾ, ਅਸਲ ਗੱਲ ਇਹ ਆ ਵੀ ਮਨਜੀਤ ਸਿੰਘ ਬਾਜਵੇ ਦੇ ਖਿਲਾਫ ਪਰਚਾ ਦਰਜ ਹੋਇਆ, ਵਧੀਆ ਗੱਲ ਆ। SSP ਸਾਹਿਬ ਨੇ ਪਰਚਾ ਦਰਜ ਕਰਿਆ, ਧੰਨਵਾਦ ਆ। ਪਰ ਡਾਕਟਰ ਨੀਰੂ ਅਗਰਵਾਲ ਨੂੰ ਪਰਚੇ ਚੋਂ ਕਿਉਂ ਬਾਹਰ ਰੱਖਿਆ ਗਿਆ? ਕਿਉਂਕਿ ਡਾਕਟਰ ਮਨਜੀਤ ਸਿੰਘ ਬਾਜਵਾ ਆਪਣੇ ਬਿਆਨਾਂ ਵਿੱਚ ਮੰਨਦਾ ਵੀ ਅਸੀਂ ਇਹ ਜਿਹੜੇ ਪੈਸੇ ਨੇ 2 ਡਾਕਟਰਾਂ ਨੇ ਵੰਡੇ। ਮੰਨਦਾ ਵੀ ਜਿਹੜੇ ਮੈਂ ਪੈਸੇ ਅਸੀਂ 2 ਡਾਕਟਰਾਂ ਨੇ ਮੰਨੇ ਤੇ ਕਮਾਲ ਦੇ ਮੰਨੇ ਤੇ ਵੰਡੇ। ਤੇ ਕਮਾਲ ਦੀ ਗੱਲ ਆ, ਪਰਚਾ ਫੇਰ ਮਨਜੀਤ ਸਿੰਘ ਬਾਜਵੇ ਦੇ ਖਿਲਾਫ ਕੀਤਾ ਗਿਆ, ਡਾਕਟਰ ਨੀਰੂ ਅਗਰਵਾਲ ਦੇ ਖਿਲਾਫ ਕਿਉਂ ਨਹੀਂ ਦਿੱਤਾ ਗਿਆ? ਉਸ ਤੋਂ ਵੀ ਵੱਡੀ ਗੱਲ, ਡਾਕਟਰ ਮਨਜੀਤ ਸਿੰਘ ਬਾਜਵਾ, ਡਾਕਟਰ ਨੀਰੂ ਅਗਰਵਾਲ ਦੋਨਾਂ ਕੋਲੇ ਡਿਗਰੀ ਵੀ ਇੱਕੋ ਜਿਹੀ ਆ ਤੇ ਹਸਪਤਾਲ ਵੀ ਇੱਕੋ ਹੀ ਆ, ਥੀਏਟਰ ਵੀ ਉਹੀ ਆ ਤੇ ਪੇਸ਼ੈਂਟ ਵੀ ਉਹੀ ਆ, ਦਿਨ ਵੀ ਉਹੀ ਆ, ਸਮਾਂ ਵੀ ਉਹੀ ਆ। ਡਾਕਟਰ ਨੀਰੂ ਅਗਰਵਾਲ ਐਨ ਮੌਕੇ ਤੇ ਜਵਾਬ ਦੇ ਦਿੰਦੀ ਆ ਤੇ ਉਹ ਬਾਜਵਾ ਲੁਧਿਆਣਿਓਂ ਆ ਕੇ ਆਪਰੇਸ਼ਨ ਕਰ ਦਿੰਦਾ। ਪੈਸੇ ਇੱਕ ਸਾਜ਼ਿਸ਼ ਅਧੀਨ, ਸਾਜ਼ਬਾਜ਼ ਢੰਗ ਦੇ ਨਾਲ ਮਿਲੀ ਸਾਜ਼ਿਸ਼ ਦੇ ਅਧੀਨ ਲੋਕਾਂ ਨੂੰ ਲੁੱਟਿਆ ਜਾ ਰਿਹਾ। ਇੱਕ ਅੱਧੀ ਵਾਰ ਇਤਫਾਕ ਹੋ ਸਕਦਾ, ਇੱਕ ਅੱਧੀ ਵਾਰ ਇਹੋ ਜਿਹਾ ਚਾਂਸ ਵਾਪਰ ਸਕਦਾ। ਤਾਂ ਅਕਸਰ ਹੀ ਖੰਨਾ ਸ਼ਹਿਰ ਵਿੱਚ ਇਸ ਤਰ੍ਹਾਂ ਹੀ ਸੀ ਵੀ ਡਾਕਟਰ ਨੀਰੂ ਅਗਰਵਾਲ ਜਵਾਬ ਦਿੰਦੀ ਸੀ ਤੇ ਬਾਜਵਾ ਆਪਰੇਸ਼ਨ ਕਰਦਾ ਸੀ। ਪਰ ਬਾਜਵੇ ਨੂੰ ਪਰਚੇ ਵਿੱਚ ਰੱਖਿਆ ਗਿਆ, ਡਾਕਟਰ ਨੀਰੂ ਅਗਰਵਾਲ ਨੂੰ ਪਰਚੇ 'ਚ ਨਹੀਂ ਰੱਖਿਆ ਗਿਆ। ਸਾਡੀ ਮੰਗ ਆ, ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਅਸੀਂ ਇਹ ਕਹਿੰਦੇ ਆ ਕਿ ਡਾਕਟਰ ਨੀਰੂ ਅਗਰਵਾਲ ਨੂੰ ਵੀ ਉਹਦੇ ਵਿੱਚ ਇਨਵੋਲਵ ਕੀਤਾ ਜਾਵੇ। ਉਸ ਸਮੇਂ ਦੇ ਡਾਕਟਰ ਗੁਲਾਟੀ ਜਿਹੜਾ SMO ਸੀ, ਉਹਦੀ ਵੀ ਜਾਂਚ ਪੜਤਾਲ ਹੋਣੀ ਚਾਹੀਦੀ ਆ। ਔਰ ਬਾਜਵਾ ਸਾਹਿਬ ਜਿਹੜੇ ਇਹ ਕਹਿੰਦੇ ਸੀ ਕਿ ਮੈਂ ਸਿਆਸੀ ਬੰਦਿਆਂ ਨੂੰ ਵੀ ਹਿੱਸਾ ਦਿੰਦਾ, ਮੈਂ SMO ਨੂੰ ਹਿੱਸਾ ਦਿੰਦਾ, ਉਹਨਾਂ ਦੀ ਵੀ ਜਾਂਚ ਪੜਤਾਲ ਹੋਣੀ ਚਾਹੀਦੀ ਆ। ਤੇ ਜਿਹੜਾ ਸਰਕਾਰੀ ਇਮਾਰਤ ਨੂੰ ਵਰਤਿਆ, ਕੰਮ ਪ੍ਰਾਈਵੇਟ ਸੀ ਤੇ ਬਿਲਡਿੰਗ ਨੂੰ ਵਰਤਿਆ ਤੇ ਔਜ਼ਾਰਾਂ ਨੂੰ ਵਰਤਿਆ, ਕਲਾਸ 4 ਨੂੰ ਵਰਤਿਆ, ਉਹਦਾ ਪਰਚਾ ਵੀ ਦਰਜ ਹੋਣਾ ਚਾਹੀਦਾ। ਤੇ ਉਸ ਤੋਂ ਵੀ ਵੱਡੀ ਗੱਲ ਜਿਹੜੀ ਮੈਂ ਕਹਿਣਾ ਚਾਹੁੰਦਾ, ਸ਼ਰਮ ਆਉਣੀ ਚਾਹੀਦੀ ਆ ਸਾਨੂੰ ਉਹਨਾਂ ਲੋਕਾਂ ਨੂੰ ਜਿਹੜੇ ਲੋਕ ਆਪਣੇ ਅਹੁਦਿਆਂ ਦੀ ਸਹੀ ਵਰਤੋਂ ਨਹੀਂ ਕਰਦੇ। ਇੱਕ ਜਿਹੜਾ ਹਸਪਤਾਲ ਦਾ ਡਾਕਟਰ ਹੁੰਦਾ ਉਹਨੂੰ ਰੱਬ ਕਿਹਾ ਜਾਂਦਾ, ਉਹਨੇ ਜਾਨ ਬਚਾਉਣੀ ਹੁੰਦੀ ਆ। ਇਹ ਤਾਂ ਬੁੱਚੜਖਾਨਾ ਤੇ ਕਸਾਈਵਾੜਾ ਖੋਲ੍ਹਿਆ ਹੋਇਆ ਸੀ, ਬੋਰਡ ਵੱਲੋਂ ਕੋਈ ਕਾਰਵਾਈ ਅਮਲ 'ਚ ਨਹੀਂ ਲਿਆਂਦੀ ਗਈ। ਇਹ SSP ਖੰਨਾ ਨੇ DSP ਖੰਨਾ ਤੋਂ ਕਰਵਾਈ, ਫਿਰ SP ਖੰਨਾ ਤੋਂ ਕਰਵਾਈ, SPD ਤੋਂ, ਫਿਰ ਜਿਹੜਾ ਆਪਣਾ DA ਲੀਗਲ ਆ ਉਹਦੀ ਰਾਇ ਲਈ ਗਈ। ਲਗਭਗ 7-8 ਮਹੀਨੇ ਤੋਂ ਬਾਅਦ
ਇਹ ਮੁਕੱਦਮਾ ਦਰਜ ਹੋਇਆ। ਸ਼ਾਇਦ ਤੁਹਾਨੂੰ ਚੇਤੇ ਹੋਊ ਇੱਕ ਇਹ ਦੂਏ ਤੀਏ ਦਿਨ ਇੱਕ ਹੋਰ ਮਾਮਲਾ ਵੀ ਅਸੀਂ ਸਾਹਮਣੇ ਲਿਆਂਦਾ ਸੀ, ਜਿਹਦੇ ਵਿੱਚ ਕਲਾਸ 4 ਇੱਕ ਬੀਬੀ ਚਰਨਜੀਤ ਕੌਰ ਨੇ ਮਿਲੀ ਭੁਗਤਣਾ, ਡਾਕਟਰ ਨੀਰੂ ਅਗਰਵਾਲ ਇਹਨਾਂ ਨੇ ਪੈਸੇ ਲਏ ਸੀ, ਉਹ ਸ਼ਿਕਾਇਤ ਵੀ ਉਕਣੀ, ਉਹ ਤੇ ਵੀ 3 ਮੈਂਬਰੀ ਬੋਰਡ ਬਣਾਇਆ ਗਿਆ ਸੀ, ਉਹ ਵੀ ਬੋਰਡ ਉਕਣੀ ਉਸੇ ਤਰ੍ਹਾਂ ਬੈਠਾ, ਉੱਥੇ ਕੋਈ ਕਾਰਵਾਈ ਨਹੀਂ ਲਿਆਂਦੀ ਗਈ ਅਮਲ ਵਿੱਚ। ਸੋ ਅਸੀਂ ਹੁਣ 8 ਤਰੀਕ ਨੂੰ ਮਨੁੱਖੀ ਅਧਿਕਾਰ ਕਮਿਸ਼ਨ ਸਾਡੀ ਚੰਡੀਗੜ੍ਹ ਉਹ ਤਰੀਕ ਆ, ਤੇ ਨਾਲੇ ਇਹ ਸ਼ਡਿਊਲ ਕਾਸਟ ਭਰਾ ਸਾਡਾ, ਸ਼ਡਿਊਲ ਕਾਸਟ ਐਕਟ ਵੀ ਇਹ 'ਤੇ ਲੱਗਣਾ ਚਾਹੀਦਾ ਸੀ, SC ਐਕਟ ਵੀ ਨਹੀਂ ਲੱਗਿਆ, ਤੇ ਉਸ ਕਰਕੇ ਅਸੀਂ 8 ਤਰੀਕ ਨੂੰ ਇਹ ਮਾਮਲਾ ਹਿਊਮਨ ਰਾਈਟ ਵਿੱਚ ਰੱਖਾਂਗੇ। ਉੱਥੇ ਜਿਹੜਾ ਪਰਚੇ 'ਚ ਨਹੀਂ ਇਨਵੋਲਵ ਕੀਤੇ ਗਏ, ਡਾਕਟਰ ਨੀਰੂ ਅਗਰਵਾਲ ਨਹੀਂ ਇਨਵੋਲਵ ਕੀਤੀ ਗਈ, ਜਾਂ ਉਸ ਵਕਤ ਦੇ SMO ਸਾਹਿਬ ਜਾਂ ਉਹਨਾਂ ਦੀ ਜਾਂਚ ਪੜਤਾਲ ਨਹੀਂ ਕੀਤੀ ਗਈ, ਸਾਰੇ ਮਾਮਲੇ ਅਸੀਂ ਬੋਰਡ ਦੇ ਸਾਹਮਣੇ ਲਿਆਵਾਂਗੇ, ਉਸ ਉਹਦੇ ਹਿਊਮਨ ਰਾਈਟ ਕਮਿਸ਼ਨ ਦੇ ਸਾਹਮਣੇ ਲਿਆਵਾਂਗੇ। ਦੇਖੋ ਜੀ, ਜਿਹੜੇ ਸਿਵਲ ਹਸਪਤਾਲ ਦੇ ਬਹੁਤ ਸਾਰੇ ਮਾਮਲੇ ਨੇ ਜਿਹੜੇ ਹਲੇ ਵੀ ਪੈਂਡਿੰਗ ਪਏ ਨੇ। ਇੱਕ ਆਪਣੇ ਨਗਰ ਕੌਂਸਲ ਦੇ ਟਰੈਕਟਰ ਚਲਾਉਂਦੇ ਸੀ ਮਜ਼ਦੂਰ, ਉਹਨਾਂ ਦੇ ਘਰ ਵਾਲੀ ਦੇ ਨਾਲ ਇਹਨਾਂ ਨੇ ਧੱਕਾ ਕਰਿਆ ਤੇ ਉਹ ਵਿਚਾਰੀ ਉੱਕਣੀ ਡ੍ਰਿਪ ਲਾਈ ਉਹਨੂੰ ਬਾਹਰ ਛੱਡਤਾ ਤੇ ਬੜਾ ਰੋਸ ਮੁਜ਼ਾਹਰਾ ਹੋਇਆ ਸੀ। ਇਸ ਤੋਂ ਇਲਾਵਾ ਇੱਕ ਲਖਵੀਰ ਸਿੰਘ ਸਲਾਣੇ ਦਾ ਸੀ, ਜਿਹਦਾ ਮੈਂ 30 ਦਿਨ ਮਾਮਲਾ ਲਿਆਂਦਾ ਸੀ। ਇਸ ਮਾਮਲੇ ਤੋਂ ਬਾਅਦ ਉਹ ਤੋਂ ਵੀ 10-15 ਹਜ਼ਾਰ ਰੁਪਇਆ ਲਿਆ ਤੇ ਉਹਨੇ ਇੱਕ ਬੱਚੇ ਦੇ ਨਾਂ ਤੇ ਪਹਿਲਾਂ ਵੀ ਪੈਸੇ ਲਏ, SPH ਦੇ ਕੋਲੇ ਉਹਦਾ ਮਾਮਲਾ ਚੱਲਦਾ ਰਿਹਾ। ਸੋ ਇਹ ਸਾਰੇ ਮਾਮਲੇ ਨੇ, ਅਸੀਂ ਲੋਕਾਂ ਦੇ ਮਾਮਲੇ ਧਿਆਨ 'ਚ ਲਿਆਵਾਂਗੇ। ਸਰਕਾਰ ਨੂੰ ਨਿਯਮ ਚਾਹੀਦੇ ਨੇ, ਸਰਕਾਰ ਨਿਯਮ ਬਣਾਵੇ ਕਿ ਇਹਨਾਂ ਦੇ ਜਿਹੜੇ ਪ੍ਰਾਈਵੇਟ ਕਲੀਨਿਕ ਨੇ ਤੁਰੰਤ ਜ਼ਬਤ ਹੋਣੇ ਚਾਹੀਦੇ ਨੇ। ਜੇ ਕੋਈ ਬੰਦਾ ਗਿਲਟੀ ਪਾਇਆ ਗਿਆ, ਜਿਵੇਂ ਹੁਣ ਬਾਜਵਾ ਪਾਇਆ ਗਿਆ, ਉਹ ਰਿਜ਼ਾਈਨ ਦੇ ਕੇ ਘਰ ਨੂੰ ਚਲੇ ਗਿਆ, ਉਹ ਜਾ ਕੇ ਉੱਥੇ ਆਪਣਾ ਵੱਡਾ ਹਸਪਤਾਲ ਖੋਲੂ, ਉਹਨੂੰ ਤਾਂ ਕੋਈ ਫਰਕ ਨਹੀਂ ਪਿਆ, ਉਹਦੀ ਡਿਗਰੀ ਤੁਰੰਤ ਉਸੇ ਵਕਤ ਰੱਦ ਹੋਣੀ ਚਾਹੀਦੀ ਹੈ, ਉਹਦੇ ਪ੍ਰਾਈਵੇਟ ਹਸਪਤਾਲ ਨੂੰ ਜਿੰਦਾ ਵੱਜਣਾ ਚਾਹੀਦਾ, ਤੇ ਅਗਰ ਉਹ ਕਿਸੇ ਵੀ ਢੰਗ ਨਾਲ ਪ੍ਰੈਕਟਿਸ ਕਰਦਾ ਉਹਨੂੰ ਪ੍ਰੈਕਟਿਸ ਤੋਂ ਰੋਕ ਦੇਣਾ ਚਾਹੀਦਾ। ਮਨਜੀਤ ਬਾਜਵੇ ਦਾ FIR ਦਰਜ ਹੋਈ ਹੈ ਜੀ, ਉਹਦੇ ਸੰਬੰਧੀ ਕੀ ਕਹਿਣਾ ਹੈ ਤੁਹਾਡਾ? ਡਾਕਟਰ ਮਨਜੀਤ ਬਾਜਵਾ, ਟੂ ਦੀ ਬੈਸਟ ਆਫ ਮਾਈ ਨੌਲੇਜ ਐਂਡ ਬਿਲੀਫ, ਜੇ ਤੱਕ ਮੈਨੂੰ ਪਤਾ ਲੱਗਿਆ, ਦੇਰ ਵਾਜ਼ ਅ ਕੰਪਲੇਂਟ ਅਗੇਂਸਟ ਮਿਸਟਰ Manjeet Singh Bajwa prior to my joining, and the matter was under investigation. Departmental inquiry was going on. तो SSP साहब कोल भी वो FIR मतलब कंप्लेंट सीगी। So मैं I have joined in the month of January. So in the meantime he has resigned earlier. So 90 दिन ਦਾ ਉਹਦਾ ਨੋਟਿਸ ਪੂਰਾ ਟਾਈਮ ਪੀਰੀਅਡ ਹੋ ਗਿਆ ਸੀਗਾ ਮੇਰੇ ਟੈਨਰ ਦੇ ਦੌਰਾਨ, ਤੇ he left the job after submitting the departure, and a few days later, मतलब within a week, we received his dismissal orders from the government of Punjab. So he has been dismissed from the service for some other reasons. ਸਾਡੀ departmental inquiry ਚੱਲ ਰਹੀ ਹੈ, ਤੇ that is being conducted by the board of doctors. ਉਹਨਾਂ ਦੇ ਸਭ ਤੋਂ ਸੀਨੀਅਰ ਮੋਸਟ ਡਾਕਟਰ MS Paseen ਨੇ, ਉਹਦੇ ਬਾਰੇ ਤੁਹਾਨੂੰ ਇਹ ਦੱਸਣਗੇ। ਡਾਕਟਰ ਸਾਹਿਬ, ਜਿਹੜੀ ਇੱਕ SSP ਸਾਹਿਬ ਨੇ ਜਿਹੜੀ ਉਹਨਾਂ ਵੱਲੋਂ ਇਨਕੁਆਰੀ ਆਪਣੀ ਤੌਰ ਤੇ ਉਹਨਾਂ ਨੂੰ ਕੀਤੀ FIR ਦਰਜ, ਉਹਦੇ ਸੰਬੰਧੀ ਤੁਸੀਂ ਕਹਿਣਾ ਚਾਹੁੰਦੇ ਕਿ ਉਹ ਉੱਧਰ ਉਹਨਾਂ ਦਾ ਮਾਮਲਾ ਹੈ ਜੀ, ਉਹਨਾਂ ਕੋਲ ਅਲੱਗ ਕੰਪਲੇਂਟ ਹੈ? ਉਹਨਾਂ ਕੋਲ ਸਟੇਟਮੈਂਟ ਲੱਗ ਹੋਈ ਹੈ, ਅੱਛਾ ਜੀ। ਸਾਡੇ ਵਾਲੀ ਤਾਂ ਇਨਕੁਆਰੀ ਕੰਪਲੀਟ ਹੀ ਨਹੀਂ ਹੋਈ। ਵੀ ਹੈਵ ਨਾਟ ਸਬਮਿਟਡ ਨਥਿੰਗ ਇਨ ਦੈਟ ਕੰਟੈਕਸਟ। ਕਿ ਉਹਦੇ ਡਾਕਟਰ ਬਾਜਵਾ ਮੰਨੇ ਜੀ? ਹੋ ਸਕਦਾ ਮੰਨੇ ਹੋਣ, ਮਤਲਬ देयर ਮਸਟ ਬੀ ਸਮਥਿੰਗ ਰੋਂਗ। ਜਿਹੜੀ FIR ਦਰਜ ਹੋਈ ਹੈ, ਸੋ ਉਹਨਾਂ ਨੇ ਕਿਸੇ ਬੇਇੱਜ਼ਤੀ ਕੀਤੀ ਹੋਣੀ ਹੈ ਦਰਜ, ਉਹ ਇੰਡੀਪੈਂਡੈਂਟ ਸਟੇਟਮੈਂਟ ਹੋਈ ਹੈ। ਸਾਡੇ ਕੋਲ ਜਿਹੜੀ ਸਟੇਟਮੈਂਟ ਹੈ, ਸਾਡੇ ਵਾਲੀ ਇਨਕੁਆਰੀ ਕੰਪਲੀਟ ਨਹੀਂ ਹੋਈ। ਡਾਕਟਰ MS Paseen ਕੰਡਕਟ ਕਰ ਰਹੇ ਨੇ ਵਿਦ 2 ਅਦਰ ਡਾਕਟਰਸ। ਹੀ ਕੈਨ ਬੈਟਰ ਆਨਸਰ ਕਿਹੜੀ ਸਟੇਜ। ਸਰ, ਇੱਕ ਡਾਕਟਰ ਮਨਜੀਤ ਬਾਜਵਾ ਉਹਨਾਂ ਦਾ ਕੇਸ ਤੁਸੀਂ ਵੀ ਇਨਕੁਆਰੀ ਸੀਗਾ ਜੀ? ਹਾਂਜੀ ਹਾਂਜੀ। ਤੇ ਉਹਦੇ ਕਿਸ ਸੰਬੰਧੀ ਕੀ ਕਹਿਣਾ ਤੁਹਾਨੂੰ? ਡਾਕਟਰ ਗੁਲਾਟੀ ਵੱਲੋਂ ਕੀ ਕਹਿੰਦੇ ਜਿਹੜਾ ਬੋਰਡ ਆਫ ਡਾਕਟਰਸ ਰਾਹੀਂ ਇਹ ਇਨਕੁਆਇਰੀ ਕੰਡਕਟ ਕਰਵਾਈ, ਜਿਹਦੇ ਵਿੱਚ ਡਾਕਟਰ ਭਸੀਨ, ਡਾਕਟਰ ਹਰਵਿੰਦਰ ਸਿੰਘ ਤੇ ਡਾਕਟਰ ਹਰਲੀਨ ਕੌਰ, ਅਸੀਂ 3 ਮੈਂਬਰ ਸੀਗੇ। ਇਹਦੇ ਵਿੱਚ ਇਹ ਕੰਪਲੇਂਟ ਸੀਗੀ ਕਿ ਵੀ ਡਾਕਟਰ ਨੇ 10,000 ਰੁਪਇਆ ਜਿਹੜਾ ਹੈਗਾ ਸਰਜਰੀਅਨ ਕਰਨ ਦਾ ਲਿੱਤਾ ਹੈਗਾ, ਤੇ ਉਹਦੇ ਵਾਸਤੇ ਕੀ ਕਹਿੰਦੇ ਜਿਹੜਾ ਲੋਕੇਸ਼ ਕੁਮਾਰ ਕੰਪਲੇਂਟੈਂਟ ਸੀ, ਉਹਨੇ ਦਿੱਤਾ ਸੀ ਇੱਕ ਵੀਡੀਓ ਸਬਮਿਟ ਕਰਾਇਆ ਸੀ। ਉਹ ਵੀਡੀਓ ਕੀ ਕਹਿੰਦੇ ਜਿਹੜੀ ਹੈ CD ਤੇ ਕੀ ਕਹਿੰਦੇ ਸੀਗਾ, ਤੇ ਅਸੀਂ ਫਿਰ ਕੀ ਕਹਿੰਦੇ ਡਾਕਟਰ ਬਾਜਵੇ ਨੂੰ ਕੀ ਕਹਿੰਦੇ ਜਿਹੜਾ ਕ੍ਰਾਸ ਕੁਐਸਚਨ ਕੀਤਾ ਸੀਗਾ ਕਿ ਵੀ ਦੱਸਿਆ ਜਾਵੇ ਕਿ ਵੀ ਆ ਸਾਨੂੰ CD ਪੇਸ਼ ਹੋਈ ਆ, ਤੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ। ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਵੀ ਇਹ ਕੀ ਕਹਿੰਦੇ ਫੇਕ CD ਹੈਗੀ ਆ, ਤੇ ਮੇਰਾ ਕੀ ਕਹਿੰਦੇ ਮੇਰੀ ਇਹ CD ਨਹੀਂ ਹੈਗੀ ਆ। ਫਿਰ ਅਸੀਂ ਇਹਨੂੰ ਜਾਂਚ ਕਰਨ ਵਾਸਤੇ ਕੀ ਕਹਿੰਦੇ SSP ਸਾਹਿਬ ਨੂੰ ਭੇਜ ਦਿੱਤੀ ਸੀ ਕਿ ਫੋਰੈਂਸਿਕ ਲੈਬ ਤੋਂ ਇਹਨੂੰ ਕੀ ਕਹਿੰਦੇ ਜਾਂਚ ਕਰਵਾਈ ਜਾਵੇ।
ਅੱਛਾ, ਇਹਦੇ ਬਾਅਦ ਜਿਹੜੀ ਐਸਐਸਪੀ ਸਾਹਿਬ ਨੇ ਜਿਹੜੀ ਅੱਜ ਆਪਣੀ ਜਾਂਚ ਵਿੱਚ ਐਫਆਈਆਰ ਦਰਜ ਕੀਤੀ ਹੈ ਤੇ ਉਹਦੇ ਸੰਬੰਧੀ ਤੁਸੀਂ ਦੇਖੋ ਉਹਨਾਂ ਨੇ ਜੋ ਮੇਰੇ ਕੋਲ ਆਈ ਹੈ ਕਿ ਕਹਿੰਦੇ ਮੇਰੇ ਕੋਲ ਵੀ ਕਾਪੀ ਆਈ ਐਫਆਈਆਰ ਦੀ, ਉਹਦੇ ਵਿੱਚ ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ ਕੀ ਕਹਿੰਦੇ ਦੇ ਅੰਡਰ ਸੈਕਸ਼ਨ 7 ਦੇ ਅੰਡਰ ਉਹਨਾਂ ਨੇ ਕੀਤਾ। ਉਹਦੇ ਵਿੱਚ ਮੈਂ ਪੜ੍ਹੀ ਆ, ਉਹਦੇ ਵਿੱਚ ਇਹਨਾਂ ਨੇ ਮੰਨਿਆ ਕਿ ਵੀ ਮੈਂ 10,000 ਰੁਪਇਆ ਕੀ ਕਹਿੰਦੇ ਅਸੀਂ 2 ਡਾਕਟਰਾਂ ਨੇ ਲਿਆ। ਉਹ 2 ਡਾਕਟਰਾਂ ਦੇ ਵਿੱਚ ਇੱਕ ਡਾਕਟਰ ਬਾਜਵਾ ਤੇ ਇੱਕ ਕੀ ਕਹਿੰਦੇ ਐਨਸਥੈਟਿਸਟ ਕੀ ਕਹਿੰਦੇ ਡਾਕਟਰ ਅਮਨਦੀਪ, ਕਹਿੰਦੇ ਦੋਵਾਂ ਦੀਆਂ ਫੀਸਾਂ ਹੈਗੀਆਂ। ਤੇ ਉਹਦੇ ਵਿੱਚ ਉਹਨਾਂ ਨੇ ਕੀ ਕਹਿੰਦੇ ਉੱਥੇ ਮੰਨਿਆ ਕਿ ਵੀ ਕੀ ਕਹਿੰਦੇ ਡੀਐਸਪੀ ਸਾਹਿਬ ਦੇ ਕੋਲ ਕਿ ਵੀ ਪੈਸੇ ਕੀ ਕਹਿੰਦੇ ਅਸੀਂ ਲਿੱਤੇ ਆ। ਸਾਡੇ ਕੋਲ ਇਨਕੁਆਇਰੀ ਦੇ ਵਿੱਚ ਕਿਸੇ ਸਟੇਜ ਤੇ ਉਹਨਾਂ ਨੇ ਇਹ ਨਹੀਂ ਕਿਹਾ ਮੈਂ ਪੈਸੇ ਲਿੱਤੇ ਆ। ਸੀਡੀ ਜ਼ਰੂਰ ਪੇਸ਼ ਕੀਤੀ ਗਈ ਤੇ ਉਹ ਅਸੀਂ ਜਿਹੜੀ ਹੈਗੀ ਆ ਫੋਰੈਂਸਿਕ ਲੈਬ ਨੂੰ ਭੇਜ ਦਿੱਤੀ ਹੈ ਵਾਇਆ ਕੀ ਕਹਿੰਦੇ ਐਸਐਸਪੀ ਸਾਹਿਬ ਨੂੰ ਲਿਖ ਕੇ ਭੇਜੀ ਹੈ। ਨਹੀਂ ਡਾਕਟਰ ਸਾਹਿਬ, ਜਿਹੜੀ ਫੀਸ ਬਾਰੇ ਜਿਹੜੇ ਉਹਨਾਂ ਨੇ ਕਿਹਾ ਵੀ ਫੀਸ ਸੰਬੰਧੀ ਲਿੱਤੀ, ਉਹਦੇ ਬਾਰੇ ਹੈ ਕੋਈ ਜੀ ਤੁਹਾਨੂੰ ਦੱਸੋਗੇ? ਦੇਖੋ ਜੀ, ਕੋਈ ਵੀ ਫੀਸ ਕੀ ਕਹਿੰਦੇ ਤਾਂ ਅਲਾਉਡ ਨਹੀਂ ਹੈਗੀ ਆ ਸਰਕਾਰੀ ਤੌਰ ਤੇ, ਤਾਂ ਕੀ ਕਹਿੰਦੇ ਸਾਰੀਆਂ ਚੀਜ਼ਾਂ ਫ੍ਰੀ ਹੈਗੀਆਂ। ਸਜੇਰੀਅਨ ਤਾਂ ਟੋਟਲੀ ਫ੍ਰੀ ਹੈ, ਇਹਦੇ ਵਿੱਚ ਤਾਂ ਕੋਈ ਫੀਸ ਹੁੰਦੀ ਨਹੀਂ ਹੈ। ਔਰ ਕੋਈ ਵੀ ਫੀਸ ਸਰਕਾਰ ਦੀ ਕੋਈ ਲਿੱਤੀ ਹੋਵੇ ਤਾਂ ਉਹਦੀ ਕੀ ਕਹਿੰਦੇ ਪਰਚੀ ਹੋਣੀ ਚਾਹੀਦੀ ਹੈ। ਨਾ ਤਾਂ ਉਹਨਾਂ ਨੇ ਕੋਈ ਪਰਚੀ ਕੀ ਕਹਿੰਦੇ ਲੋਕੇਸ਼ ਕੁਮਾਰ ਨੇ ਸਾਡੇ ਕੋਲ ਪੇਸ਼ ਕੀਤੀ ਕਿ ਵੀ ਮੈਂ 10,000 ਦੀ ਕੀ ਕਹਿੰਦੇ ਰਸੀਦ ਦੇ ਰਿਹਾ ਜੀ, ਮੇਰੇ ਤੋਂ ਲਿੱਤੇ ਗਏ ਆ, ਸਰਕਾਰ ਦੀ ਪਰਚੀ ਹੈ। ਉਹਨਾਂ ਨੇ ਇੱਕ ਵੀਡੀਓ ਜ਼ਰੂਰ ਦਿੱਤਾ, ਉਹ ਵੀ ਸੀਡੀ ਫਾਰਮ ਦੇ ਵਿੱਚ, ਜਿਹੜਾ ਕਿ ਭੇਜਿਆ ਸੀ ਕੀ ਕਹਿੰਦੇ, ਕਿਉਂਕਿ ਜਿਹੜਾ ਮਨਜੀਤ ਸਿੰਘ ਬਾਜਵਾ ਉਹ ਕਹਿੰਦਾ ਇਹ ਮੇਰੀ ਸੀਡੀ ਨਹੀਂ ਹੈ ਤੇ ਫੇਕ ਸੀਡੀ ਹੈ, ਡਾਕਟਰ ਸੀਡੀ ਹੈ। ਤੇ ਇਸ ਕਰਕੇ ਕੀ ਕਹਿੰਦੇ ਸਾਨੂੰ ਤਾਂ ਕੀ ਕਹਿੰਦੇ ਉਹਨਾਂ ਨੂੰ ਲਿਖ ਕੇ ਐਸਐਸਪੀ ਸਾਹਿਬ ਨੂੰ ਭੇਜਣਾ ਪਿਆ ਕਿ ਵੀ ਜਿਹੜਾ ਹੈ ਇਹਦੇ ਵਿੱਚ ਚੈੱਕ ਕਰਵਾਈ ਜਾਵੇ ਕਿ ਕੀ ਕਹਿੰਦੇ ਜਿਹੜੀ ਹੈ ਸੀਡੀ ਕੀ ਕਹਿੰਦੇ ਫੇਕ ਹੈ ਜਾਂ ਨਹੀਂ। ਡਾਕਟਰ ਮਨਜੀਤ ਬਾਜਵਾ ਨੇ ਕਿਹਾ ਵੀ ਅਸੀਂ ਲਿੱਤੇ ਨੇ ਪੈਸੇ ਦਾ, ਸਾਡੇ ਕੋਲ ਨਹੀਂ ਨਾ ਮੰਨੇ, ਨਹੀਂ ਉਹਨਾਂ ਨੇ ਉੱਥੇ ਕਿਹਾ ਵੀ ਉੱਥੇ ਉਹਨਾਂ ਦੀ ਇਨਕੁਆਇਰੀ ਅੱਡ ਹੈ। ਉਹਨਾਂ ਦੇ ਵਿੱਚ ਤਾਂ ਕੀ ਕਹਿੰਦੇ ਉਹਦੇ ਤੌਰ ਤੇ ਸਰਕਾਰੀ ਫੀ ਹੈ, ਉਹਨਾਂ ਨੇ ਕਿਹਾ 5,000 ਰੁਪਏ ਲਿੱਤਾ ਜਾਂ ਕੋਈ ਵੀ ਨਹੀਂ ਸਰਕਾਰੀ ਫੀਸ ਦੀ ਤਾਂ ਰਸੀਦ ਦੇਗਾ ਨਾ। ਹਾਂਜੀ ਠੀਕ ਹੈ। ਸਰਕਾਰ ਤੇ ਸਰਜਰੀਅਨ ਦੇ ਵਿੱਚ ਕਾਦੀ ਕੀ ਕਹਿੰਦੇ ਫੀਸ, ਉਹ ਤਾਂ ਸਰਕਾਰੀ ਤੌਰ ਤੇ ਜਿਹੜਾ ਹੈਗਾ ਕੋਈ ਵੀ ਸਰਜਰੀਅਨ ਦੀ ਫੀਸ ਨਹੀਂ ਹੁੰਦੀ, ਟੋਟਲ ਸਰਜਰੀਅਨ ਇਜ਼ ਫ੍ਰੀ। ਠੀਕ ਹੈ, ਹਾਂਜੀ ਹਾਂਜੀ, ਸਰਕਾਰੀ ਤੌਰ ਤੇ ਸਰਕਾਰ ਦੇ ਤਾਂ ਕੋਈ ਚਾਰजेस ਨਹੀਂ ਹੈਗੇ ਸਰਜਰੀਅਨ ਦੇ। ਤੇ ਉਹ ਕਿੱਦਾਂ ਕੀ ਕਹਿੰਦੇ ਲਿੱਤੀ ਆ ਉਹਨਾਂ ਨੇ ਜਾਂ ਕਿੱਦਾਂ ਉਹਨਾਂ ਨੇ ਕੀ ਕਹਿੰਦੇ, ਕਿਉਂਕਿ ਲੋਕੇਸ਼ ਕੁਮਾਰ ਨੇ ਸਾਡੇ ਕੋਲ ਨਹੀਂ ਕੀ ਕਹਿੰਦੇ ਜਿਹੜਾ ਹੈਗਾ ਕੰਪਲੇਂਟਡ ਲੋਕੇਸ਼ ਕੁਮਾਰ ਨੇ ਸਾਡੇ ਕੋਲ ਕੋਈ ਰਸੀਦ ਨਹੀਂ ਪੇਸ਼ ਕੀਤੀ ਕਿ ਵੀ 10,000 ਲਿੱਤਾ ਹੈ। ਔਰ ਡਾਕਟਰ ਬਾਜਵੇ ਨੇ ਵੀ ਨਹੀਂ ਮੰਨਿਆ ਸਾਡੇ ਕੋਲ ਕਿ ਵੀ ਮੈਂ ਪੈਸੇ ਲਿੱਤੇ। ਹਾਂ, ਡੀਐਸਪੀ ਸਾਹਿਬ ਕੋਲ ਕੀ ਕਹਿੰਦੇ ਉਹਨਾਂ ਨੇ ਕੰਪਲੇਂਟ ਦੇ ਵਿੱਚ ਕੀ ਕਹਿੰਦੇ ਮੰਨਿਆ ਮੈਂ 10,000 ਰੁਪਇਆ ਲਿੱਤਾ। ਔਰ ਉਹ ਕੀ ਕਹਿੰਦੇ ਜਿਹੜਾ ਉਹਨਾਂ ਨੇ ਪ੍ਰੀਵੈਂਸ਼ਨ ਅਗੇਂਸਟ ਕਰਪਸ਼ਨ ਐਕਟ ਦੇ ਵਿੱਚ ਕੀ ਕਹਿੰਦੇ ਜਿਹੜਾ ਹੈਗਾ ਸੈਕਸ਼ਨ 7 ਚ ਉਹਨਾਂ ਨੇ ਉੱਤੇ ਪਰਚਾ ਦਰਜ ਕਰਿਆ। ਮਾਮਲਾ ਦਰਜ ਹੋਇਆ ਇੱਕ ਲੋਕੇਸ਼ ਕੁਮਾਰ ਹੈ ਦਲੀਪ ਨਗਰ ਖੰਨਾ ਦਾ। ਉਹਨੇ ਕੰਪਲੇਂਟ ਦਿੱਤੀ ਸੀ ਕਿ ਉਹਦੀ ਭਾਬੀ ਜੋ ਪ੍ਰੈਗਨੈਂਟ ਸੀ ਉਹ ਹਸਪੀਟਲ ਗਈ ਸੀ, ਸਿਵਲ ਹਸਪੀਟਲ, ਜਿੱਥੇ ਡਾਕਟਰ ਮਨਜੀਤ ਸਿੰਘ ਬਾਜਵਾ ਉਹਨਾਂ ਤੋਂ ਆਪਰੇਸ਼ਨ ਕਰਨ ਦੇ ਪੈਸੇ ਮੰਗ ਰਹੇ ਸੀ। ਜੋ ਉਸ ਕੰਪਲੇਂਟ ਦੇ ਬਾਅਦ ਇਨਕੁਆਇਰੀ ਕਰਪਸ਼ਨ ਐਕਟ ਦੇ ਤਹਿਤ ਪਰਚਾ ਦਰਜ ਹੋਇਆ। ਤੇ ਇੱਕ ਡਾਕਟਰ ਦੀ ਹਾਂਜੀ ਡਾਕਟਰ ਮਨਜੀਤ ਬਾਜਵਾ।